हाँ जी, सत श्री अकाल जी साਰਿਆਂ ਨੂੰ। मेरा नाम जगदीप सिंह, मैं मैथ मास्टर सरकारी हाई स्कूल शेखुपुर बाग। सो प्यारे बच्चों, अज असी 10वीं जमात का एक्सरसाइज 1.2 1.2 ਨੂੰ ਅਸੀਂ ਕਰਾਂਗੇ। सो उसके जो प्रश्न हैं वो मैं पहला ही साइड पर लिखे हैं। सो अभ्यास 1.2 का जो पहला प्रश्न है वो है कि हेठां दित्तियां संख्यावां नूं अभाज गुणनखंडां दे गुणनफल के रूप में लिखो। सो पहला प्रश्न है 140 ਨੂੰ मैं अभाज गुणनखंडां के रूप में तुहानूं लिख के दिखाना किस तरह लिखना है। सो पहला असी 140 ਨੂੰ इस तरह लाइन लिख के इस तरह लाइन लगा देनी है। हुण 140 है, सब तो पहला असी देखना भी है किस पहाड़े के उत्ते वंडिया जाता है। सो 140 जो नॉर्मली तुहानूं पता है ਉਹਦਾ ਇਕਾਈ ਦਾ ਅੰਕ 0 है, ਤਾਂ ਇਹ 2 ਦੇ ਉੱਤੇ ਵੰਡ ਹੋਵੇਗੀ। ਤਾਂ 140 ਨੂੰ ਜਦੋਂ 2 ਦੇ ਉੱਤੇ ਅਸੀਂ ਭਾਗ ਦੇਵਾਂਗੇ ਤਾਂ 2 7 14 ऊपर उतारी 0 2 0 0 ਤਾਂ ਕਿੰਨਾ ਆਨਸਰ ਆਇਆ ਪਿਆਰੇ ਬੱਚੋ 70। ਜਿਹੜਾ ਆਨਸਰ ਆਇਆ ਉਹ ਇਸ ਦੇ ਨੀਚੇ ਲਿਖ ਦੇਣਾ ਹੈ 70। ਤਾਂ ਜੋ ਜਿਸ ਨਾਲ ਅਸੀਂ ਭਾਗ ਕੀਤੀ ਸੀ ਉਸ ਨੂੰ ਅਸੀਂ 2 ਨੂੰ ਇੱਥੇ ਲਿਖ ਦੇਣਾ ਹੈ। ਠੀਕ ਹੈ ਜੀ। ਸੋ ਇਸੇ ਤਰੀਕੇ ਨਾਲ ਹੀ ਅਸੀਂ ਹੁਣ ਜਦੋਂ ਦੁਬਾਰਾ ਫਿਰ ਭਾਗ ਕਰਨਾ ਹੈ ਇਹ ਫਿਰ 2 ਤੇ ਚਲੇ ਜਾਵੇਗਾ ਤਾਂ ਕਿੰਨਾ ਆਵੇਗਾ 35। ਹੁਣ ਜੋ 35 है वो 2 ਤੇ नहीं जाएगा। 35 ਹੁਣ ਕਿੱਥੇ ਜਾਵੇਗਾ 3 ਦੇ ਪਹਾੜੇ ਤੇ 35 ਜਾਂਦਾ ਹੈ नहीं ਜਾਂਦਾ है। 4 ਤੇ 5 ਤੇ ਜਾਂਦਾ ਹੈ ਪਿਆਰੇ ਬੱਚਿਓ। सो 5 ਇੱਥੇ ਲਿਖ ਦਾਂਗੇ 5 7 35 7 एकम 7। सो ये जो साइड के उत्ते बने हैं प्यारे बच्चों ये हैं भाज गुणनखंड। इस तरह ਅਸੀਂ इस तरह लिख देना है 140 बराबर 2 गुणा 2 गुणा 5 गुणा 7। सो ये जो हैं ये ਤੁਹਾਡੇ ਅਭਾਜ ਗੁਣਨਖੰਡ ਬਣ ਗਏ ਹਨ। ਇਸੇ ਤਰੀਕੇ ਦੇ ਨਾਲ ਹੀ ਤੁਸੀਂ ਪਿਆਰੇ ਬੱਚਿਓ दूसरा जो सवाल है 5005 वाला इस ਨੂੰ भी ਤੁਸੀਂ कर सकते हो। 5005 ਨੂੰ ਕੀਤਾ। सो प्यारे बच्चों ये जो इकाई अंक 5 है तो इसका इसका मतलब होया कि यह जो है वो सीधा 5 के उत्ते ही भाग होगा। सो 5 के उत्ते कीता 5 एकम 5 0 5 एकम 5। हुणे प्यारे बच्चों 1001 आ गया। सो इसका हुण सानू छोटे जमातां च असीं पहाड़े अच्छी तरह याद कीते ने ते इस गुणनफल दे भाग करन दे ਇਹਦੇ बहुत असीं प्रैक्टिस कीती आ तो तुहाडी ਇੱਥੇ ਕੰਮ आउणी है। हुण 1001 असीं लिखना है कि 1001 किस दे उत्ते भाग हुंदा है। ठीक है जी। 1001 ਨੂੰ ਅਸੀਂ ਲਿਖਦੇ ਆ ਭਾਗ ਕਰਕੇ 3 ਤੇ ਭਾਗ ਕਰਕੇ ਦੇਖ ਲੈਣਾ। ਚਲੋ 3 3 9 10 ਤੋਂ 9 ਗਏ 1 0 3 3 फिर 9 1 नहीं फिर 3 3 9 2 बच जाने हैं 3 से नहीं जा रहा। तो फिर इसी तरह ही ਅਸੀਂ ਇਸ ਦੀ जो प्रैक्टिस है वो ਅਸੀਂ ਕਰੀ ਜਾਣੀ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਕਿਸ ਤੇ ਭਾਗ ਹੁੰਦਾ ਹੈ। ਸੋ ਮੇਰੇ ਬੱਚਿਓ ਹੁਣ ਮੈਂ ਇਸ ਨੂੰ 1001 ਨੂੰ जो है मैं 7 ਤੇ ਭਾਗ ਦੇ ਕੇ ਦੇਖਦਾ। 7 एकम 7 10 7 गए 3 30 7 चौके 28 2 बच गए 21 7 गए 21। ਤਾਂ ਪੈਰ ਬੱਚੋ ਇਹ 7 ਦੇ ਉੱਤੇ ਭਾਗ ਹੋ ਗਿਆ। तो उत्तर ਕਿੰਨਾ ਆਇਆ 143। ਉਸ ਨੂੰ ਅਸੀਂ ਨੀਚੇ ਲਿਖ ਦਾਂਗੇ 143 ਕਿਹਦੇ ਉੱਤੇ ਭਾਗ ਦਿੱਤਾ ਸੀ 7 ਦੇ ਉੱਤੇ 7 ਇੱਥੇ ਲਿਖ ਦਾਂਗੇ। ਹੁਣ 143 ਨੂੰ ਫਿਰ ਅਸੀਂ ਭਾਗ ਦੇਣਾ ਹੈ। जो 143 है प्यारे बच्चों वो 11 ਤੇ ਜਾਵੇਗਾ। ठीक है जी। 11 एकम 11 11 33 फिर 13 एकम 13। सो प्यारे बच्चों इस तरह जो 5005 ਦੇ जो ਅਭਾਜ ਗੁਣਨਖੰਡ ਬਣੇ ਹਨ 5 ਗੁਣਾ 7 ਗੁਣਾ 11 ਗੁਣਾ 13। ਸੋ ਪਿਆਰੇ ਬੱਚਿਓ ਇਹ ਤੁਹਾਡਾ ਆਨਸਰ ਹੋਵੇਗਾ। ਸੋ ਇਹ ਤਾਂ ਬਹੁਤ ਹੀ ਆਸਾਨ ਸਵਾਲ ਸੀਗਾ ਜਿਹੜਾ ਕਿ ਤੁਸੀਂ ਛੋਟੇ ਜਮਾਤਾਂ 'ਚ ਵੀ ਕਰਦੇ ਆਏ ਹੋ। ਆਰਾਮ ਨਾਲ ਅਸੀਂ ਇਹਦੇ ਅਭਾਜ ਗੁਣਨਖੰਡ ਬਣਾ ਸਕਦੇ ਹਾਂ। ਸੋ ਇਸ ਤਰ੍ਹਾਂ ਤੁਸੀਂ ਗਣਿਤ ਦੇ ਵਿੱਚ ਜੋ ਪਹਿਲੇ ਸਵਾਲ ਦੇ 10 ਸਵਾਲ ਹੋਰ ਨੇ ਪ੍ਰੈਕਟਿਸ ਵਾਸਤੇ ਉਹ ਤੁਸੀਂ ਕਰ ਸਕਦੇ ਹੋ। ਸੋ ਅੱਗੇ ਅਸੀਂ ਹੁਣ ਵਧਦੇ ਹਾਂ ਜੀ। सो इस तरह प्यारे बच्चों ਹੁਣ ਅਸੀਂ ਸੈਕਿੰਡ ਸਵਾਲ ਤੇ ਆਉਂਦੇ ਹਾਂ। ਜੋ ਸੈਕਿੰਡ ਸਵਾਲ ਹੈ ਸੰਪੂਰਨ ਸੰਖਿਆਵਾਂ ਦੇ ਜੋੜਿਆਂ ਦਾ HCF ਤੇ LCM ਪਤਾ ਕਰਨਾ ਤੇ ਉਸ ਤੋਂ ਬਾਅਦ ਉਹਦੀ ਜਾਂਚ ਕਰਨੀ ਹੈ। ਜੋ ਸੰਬੰਧ ਹੈ ਦੋ ਸੰਖਿਆਵਾਂ ਦਾ ਗੁਣਨਫਲ ਬਰਾਬਰ HCF ਗੁਣਾ LCM। ਸਭ ਤੋਂ ਪਹਿਲਾਂ ਤਾਂ ਅਸੀਂ ਪਹਿਲਾ ਸਵਾਲ ਲੈਂਦੇ ਹਾਂ 26 ਤੇ 91। 26 ਤੇ 91 ਸਭ ਤੋਂ ਪਹਿਲਾ ਕੰਮ ਜੋ ਪਹਿਲੇ ਸਵਾਲ 'ਚ ਆਪਾਂ ਕੀਤਾ ਇਹਨਾਂ ਦੋਨਾਂ ਦੇ ਅਭਾਜ ਗੁਣਨਖੰਡ ਬਣਾ ਲਈਏ। ਸੋ 26 ਦੇ ਅਭਾਜ ਗੁਣਨਖੰਡ ਕਿਉਂਕਿ ਇਕਾਈ ਦਾ 6 है तो 2 ਤੇ ਜਾਵੇਗਾ 2 3 26 13 एकम 13। इसी तरह 91 ਦੇ ਵੀ ਆਪਾਂ ਭਾਜ ਗੁਣਨਖੰਡ ਬਣਾ ਲੈਣੇ ਆ ਜੀ। ਕਿੰਨੇ ਤੇ ਜਾਵੇਗਾ ਜੀ 3 ਤੇ ਜਾਵੇਗਾ नहीं जी 3 3 9 नहीं जाएगा 3 ਤੇ
ਸੋ ਇਹ ਜੀ 7 ਤੇ ਜਾਵੇਗਾ ਜੀ 7 1 7 7 ਜਾਂ 21। ਸੋ ਮੇਰੇ ਬੱਚੋ ਹੁਣ ਤੁਹਾਨੂੰ ਕਿਦਾਂ ਤੁਹਾਡੇ ਮਨ ਵਿੱਚ ਵਿਚਾਰ ਹੋਏਗਾ ਕਿ ਸਾਨੂੰ ਕਿੱਦਾਂ ਪਤਾ ਲੱਗ ਜਾਂਦਾ ਕਿ ਇੱਕਦਮ ਕਿ ਇਹ ਕਿੱਥੇ ਜਾਵੇਗਾ। ਇਹ ਪਹਾੜਿਆਂ ਦੀ ਪ੍ਰੈਕਟਿਸ ਆ, ਜਿੰਨੀ ਤੁਸੀਂ ਪਹਾੜਿਆਂ ਦੀ ਪ੍ਰੈਕਟਿਸ ਕਰਦੇ ਆ ਉਹਨਾਂ ਹੀ ਤੁਹਾਨੂੰ ਇਹਦੇ ਵਿੱਚ ਮਾਹਿਰਤਾ ਹਾਸਲ ਹੁੰਦੀ ਆ। ਸੋ ਮੈਨੂੰ ਪਤਾ ਸੀਗਾ 13 7 91 ਹੁੰਦਾ ਵਾ, ਤੋਂ ਅੱਗੇ 13 1 13। ਸੋ ਇਹ ਦੇ ਗੁਣਨਖੰਡ ਬਣ ਚੁੱਕਿਆ ਹੈ, ਭਾਜ ਗੁਣਨਖੰਡ। ਇਸ ਨੂੰ ਅਸੀਂ ਇਸ ਤਰ੍ਹਾਂ ਲਿਖ ਦੇਣਾ ਹੈ 26 ਦੇ ਗੁਣਨਖੰਡ ਕਿੰਨੇ ਬਣ 2 ਗੁਣਾ 13। ਅੱਗੇ 91 ਦੇ ਕਿੰਨੇ ਬਣ ਚੁੱਕੇ ਹਨ 7 ਗੁਣਾ 13। ठीक है जी। सो जो पहला ਆਪਾਂ HCF पता करना है पहले बच्चों HCF। ਹੁਣ ਜੋ HCF ਹੈ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਸਾਂਝਾ ਹੈ, ਸਾਂਝਾ ਕਿੰਨਾ ਹੈ ਤੇ ਪਹਿਲੇ ਬੱਚੋ ਦੇਖੋ ਦੋਨਾਂ ਦੇ ਵਿੱਚ 13 13 ਸਾਂਝਾ ਹੈ, ਇਸ ਕਰਕੇ ਤਾਂ HCF ਕਿੰਨਾ ਆਵੇਗਾ 13। ਹੁਣ LCM ਅਸੀਂ ਕਿੱਦਾਂ ਕਰਨਾ ਹੈ, ਜਿਹੜਾ ਸਾਂਝਾ ਹੈ ਉਹ ਤਾਂ ਅਸੀਂ ਲਿਖ ਹੀ ਲੈਣਾ ਹੈ 13। ਧਿਆਨ ਨਾਲ ਮੈਂ ਬਾਰ-ਬਾਰ ਰਿਪੀਟ ਕਰ ਰਿਹਾ, ਇੱਕ ਵਾਰ ਸੁਣ ਲਿਓ ਧਿਆਨ ਨਾਲ। ਇਹਨਾਂ ਦੋਨਾਂ ਸੰਖਿਆਵਾਂ ਦਾ HCF ਅਭਾਜ ਗੁਣਨਖੰਡ ਵਿਧੀ ਰਾਹੀਂ ਕਿਸ ਤਰ੍ਹਾਂ ਪਤਾ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਜਿਹੜਾ ਦੋਨਾਂ ਦੇ ਵਿੱਚ ਸਾਂਝਾ ਹੈ, ਹੁਣ ਜਿਵੇਂ ਇਹਨਾਂ ਵਿੱਚ 2 ਗੁਣਾ 13 7 ਗੁਣਾ 13 13 13 ਸਾਂਝਾ ਸੀ ਤਾਂ 13 ਆਪਣੇ ਕੋਲੇ HCF ਆ ਗਿਆ। ਉਸ ਤੋਂ ਬਾਅਦ ਜੋ LCM ਕੱਢਣਾ ਹੈ ਉਹਦੇ ਵਿੱਚ ਸਾਂਝਾ ਤਾਂ ਕੱਢਣਾ ਹੀ ਕੱਢਣਾ ਹੈ। ਹੁਣ ਜਿਵੇਂ 13 ਸਾਂਝਾ ਆ ਗਿਆ, ਹੁਣ ਉੱਪਰਲੀ ਸੰਖਿਆ ਚੋਂ ਕੀ ਬਚਿਆ 2, ਉਸ ਨੂੰ ਇੱਥੇ ਲਿਖ ਦੇਣਾ ਹੈ 2। ਥੱਲੋਂ ਕੀ ਬਚਿਆ 7 7 ਲਿਖਤਾ। ਇਹਦਾ ਮਤਲਬ 13 7 91 91 ਗੁਣਾ 182। जो HCF ਤੁਹਾਡਾ ਕਿੰਨਾ ਆਇਆ ਜੀ 182। ਠੀਕ ਹੈ ਜੀ, ਇਹ HCF ਆ ਗਿਆ ਜੀ, LCM ਆ ਗਿਆ। ਹੁਣ ਅੱਗੇ ਵਧਦੇ ਆ, ਉਸਨੇ ਲਿਖਿਆ ਸੀ ਕਿ ਜਾਂਚ ਕਰੋ ਕਿ ਦੋ ਸੰਖਿਆਵਾਂ ਦਾ ਗੁਣਨਫਲ ਜੋ ਹੈ HCF ਬਰਾਬਰ LCM ਹੁੰਦਾ ਹੈ। ਹੁਣ ਇੱਥੇ ਦੋ ਸੰਖਿਆਵਾਂ ਕਿਹੜੀਆਂ ਸਨ, ਸੋ ਅਸੀਂ ਜਾਂਚ ਵੀ ਕਰ ਲੈਂਦੇ ਆ। ਇੱਥੇ ਲਿਖ ਦਾਂਗੇ ਜਾਂਚ ਦੋ ਸੰਖਿਆਵਾਂ ਦਾ ਗੁਣਨਫਲ ਬਰਾਬਰ HCF गुणा LCM। ਹੁਣ कहने ਵਿੱਚ ਇੱਥੇ ਦੋ ਸੰਖਿਆਵਾਂ ਕਿਹੜੀਆਂ ਨੇ, ਇੱਕ 26 ਹੈ ਜੀ, ਇੱਕ 91 ਹੈ। ਉਹਨਾਂ ਨੂੰ ਗੁਣਾ ਕਰ ਦਿੰਦੇ ਆ ਅਸੀਂ 26 ਗੁਣਾ 91। ਸੋ HCF ਕਿੰਨਾ ਹੈ ਪਹਿਲੇ ਵਿੱਚੋਂ 13 ਗੁਣਾ LCM ਕਿੰਨਾ ਹੈ ਪਹਿਲੇ ਵਿੱਚੋਂ 182। ਸੋ ਇਹਨਾਂ 26 ਨੂੰ 91 ਨਾਲ ਗੁਣਾ ਕਰਨ ਤੇ ਜੋ ਇੱਥੇ ਉੱਤਰ ਆਵੇਗਾ 13 ਤੇ 182 ਨੂੰ ਗੁਣਾ ਕਰਨ ਤੇ ਜੋ ਇੱਥੇ ਉੱਤਰ ਆਵੇਗਾ ਦੋਨੋਂ ਉੱਤਰ ਬਰਾਬਰ ਹੋਣੇ ਚਾਹੀਦੇ ਹਨ। ਜੇਕਰ ਤੁਹਾਡੇ ਦੋਨੇ ਉੱਤਰ ਬਰਾਬਰ ਨੇ ਇਸ ਦਾ ਮਤਲਬ ਤੁਹਾਡਾ HCF ਤੇ LCM ਦੋਨਾਂ ਸਹੀ ਹੈ। ਸੋ ਅਸੀਂ ਹੁਣ 26 ਤੇ 91 ਨੂੰ ਅਸੀਂ ਗੁਣਾ ਕਰਕੇ ਦੇਖ ਲੈਣੇ ਹਾਂ। 26 ਏਕਮ 26 ਬਣ ਜਾਣਾ ਜੀ, 9 6 54 9 3 18 ਤੇ 5 23 ਜੀ, 6 4 2 6 2366 ਬਣ ਜਾਣਾ। 2366 ਜੀ। ਸੋ ਇਸੇ ਤਰ੍ਹਾਂ ਜਦੋਂ ਪਿਆਰੇ ਬੱਚਿਓ ਤੁਸੀਂ ਇਹਨਾਂ ਨੂੰ ਗੁਣਾ ਕਰੋਗੇ ਤਾਂ ਉਹ ਵੀ 2366 ਹੀ ਬਣੇਗਾ। ਸੋ ਇਸ ਤਰ੍ਹਾਂ ਇਹ ਜਾਂਚ ਹੋ ਜਾਣੀ ਹੈ। ਸੋ ਇਸ ਤਰ੍ਹਾਂ ਇਹ ਦੂਸਰਾ ਸਵਾਲ ਸੀਗਾ। ਪਹਿਲਾ HCF ਪਤਾ ਕੀਤਾ, ਫਿਰ LCM ਪਤਾ ਕੀਤਾ, ਫਿਰ ਅਸੀਂ ਜੋ ਸੰਬੰਧ ਹੈ ਕਿ ਦੋ ਸੰਖਿਆਵਾਂ ਦਾ ਗੁਣਨਫਲ ਬਰਾਬਰ HCF ਗੁਣਾ LCM ਹੁੰਦਾ ਹੈ, तो उस तरह ਅਸੀਂ ਇਹ ਜੋ ਦੂਸਰਾ ਸਵਾਲ ਵੀ ਅਸੀਂ ਕੱਢਣ ਦੇ ਯੋਗ ਹੋ ਗਏ। ਸੋ ਇਸ ਤੋਂ ਬਾਅਦ ਅਸੀਂ ਤੀਸਰਾ ਸਵਾਲ ਕਰਦੇ ਹਾਂ ਜੀ। तीसरा सवाल ਅਸੀਂ ਪਤਾ ਤਾਂ ਅਭਾਜ ਗੁਣਨਖੰਡ ਵਿਧੀ ਰਾਹੀਂ ਹੇਠਾਂ ਦਿੱਤੀਆਂ ਸੰਪੂਰਨ ਸੰਖਿਆਵਾਂ ਦਾ HCF ਅਤੇ LCM ਪਤਾ ਕਰਨਾ ਸੀ। HCF ਤੇ LCM ਦਾ ਫਰਕ ਦੇਖੋ ਕਿ ਦੂਸਰੇ ਸਵਾਲ ਵਿੱਚ ਸਿਰਫ ਆਪਣੇ ਕੋਲੇ ਦੋ ਸੰਪੂਰਨ ਸੰਖਿਆਵਾਂ ਸਨ, ਤੀਸਰੇ ਸਵਾਲ ਵਿੱਚ ਸਾਡੇ ਕੋਲੇ ਤਿੰਨ ਸੰਪੂਰਨ ਸੰਖਿਆਵਾਂ 12 15 ਤੇ 21। ਅਭਾਜ ਗੁਣਨਖੰਡ ਵਿਧੀ ਨੇ ਕਿਹਾ ਹੈ ਸਭ ਤੋਂ ਪਹਿਲਾਂ ਉਸੇ ਤਰੀਕੇ ਨਾਲ ਹੀ ਅਸੀਂ 12 15 ਅਤੇ 21 ਦੇ ਅਸੀਂ ਅਭਾਜ ਗੁਣਨਖੰਡ ਬਣਾ ਲੈਣੇ ਆ ਜੀ। ਹੁਣ ਨੈਚੁਰਲੀ ਗੱਲ ਹੈ ਕੀਤੇ ਜਾਊਗਾ 2 ਤੇ 2 ਛਿਕੇ 12 2 3 6 3 एकम 3 15 कितने जाऊगा जी 3 ते चला जाऊगा 3 5 15 5 एकम 5 21 कितने जाऊगा ये सीधा 3 ते 3 7 21 7 एकम 7। सो ਅਸੀਂ ਇਸ ਨੂੰ ਤਰੀਕਾ ਹੋਈ ਹੈ ਪਹਿਲਾਂ ਅਸੀਂ ਇਹਨਾਂ ਦੇ ਜੋ ਟੁਕੜੇ ਹੈ ਲਿਖ ਲੈਣੇ ਬਰਾਬਰ 2 गुणा 2 गुणा 3 फिर 15 ਦੇ ਲਿਖ ਲੈਣੇ ਜੀ 3 गुणा 5 फिर ਕੀ ਲਿਖ ਲੈਣੇ ਆ ਜੀ 3 गुणा 7। ਸੋ ਪਹਿਲੇ ਵਿੱਚੋਂ ਹੁਣ
ਤੁਸੀਂ ਸਾਫ਼ ਦੇਖ ਰਹੇ ਹੋ ਕਿ ਪਹਿਲੇ ਸੰਖਿਆ ਦੇ ਅਭਾਜ ਗੁਣਨਖੰਡ 2 ਗੁਣਾ 2 ਗੁਣਾ 3, ਦੂਜੀ ਦੇ 3 ਗੁਣਾ 5 5, 3 ਗੁਣਾ 7। ਸੋ ਹਰੇਕ ਦੇ ਵਿੱਚ 3 3 3। ਦੇਖੋ ਜੀ ਆ ਜੋ 3 3 3 ਹੈ, ਇਹ ਜੋ 3 3 3 ਹੈ ਇਹ ਤਿੰਨਾਂ ਸੰਖਿਆਵਾਂ ਦੇ ਵਿੱਚ ਆ ਰਿਹਾ ਹੈ। ਇਹਦਾ ਮਤਲਬ ਜੋ HCF ਕਿੰਨਾ ਹੋ ਗਿਆ ਜੀ ਇਹਦਾ 3। ਸੋ ਪਹਿਲੇ ਬੱਚੋ LCM ਅਸੀਂ ਜੋ ਪਿੱਛੇ ਵੀ ਮੈਂ ਤੁਹਾਨੂੰ ਦੱਸਿਆ ਇਹ 3 ਤਾਂ ਆਣਾ ਹੀ ਆਣਾ ਹੈ। ਹੁਣ ਉੱਪਰ ਆਪਣੇ ਕੋਲੇ ਕੀ ਬਚ ਗਿਆ 2 ਗੁਣਾ 2 ਬਚ ਗਿਆ ਜੀ, ਇੱਥੇ ਕੀ ਬਚ ਗਿਆ 5 ਬਚ ਗਿਆ ਜੀ, ਇੱਥੇ ਕਿੰਨਾ ਬਚ ਗਿਆ 7। ਹੁਣ ਇਹਨੂੰ ਗੁਣਾ ਕਰ ਦਈਏ 3 दूनी 6 6 दूनी 12 12 5 60 60 7 7 42 420। ਲਓ ਜੀ HCF 3 ਆ ਗਿਆ ਤੇ 420 ਆਪਣਾ ਕਿੰਨਾ ਆ ਗਿਆ ਜੀ LCM। ਇਸ ਤਰ੍ਹਾਂ ਪਹਿਲੇ ਵਿੱਚੋਂ ਅਸੀਂ ਅਭਾਜ ਗੁਣਨਖੰਡ ਵਿਧੀ ਰਾਹੀਂ ਤਿੰਨ ਸੰਪੂਰਨ ਸੰਖਿਆਵਾਂ ਦਾ HCF ਤੇ LCM ਵੀ ਅਸੀਂ ਪਤਾ ਕਰ ਸਕਦੇ ਹਾਂ। ਸੋ ਹੁਣ ਪਿਆਰੇ ਬੱਚਿਓ ਅਸੀਂ ਜਿਹੜਾ ਸਭ ਤੋਂ ਆਪਣਾ ਇੰਪੋਰਟੈਂਟ ਸਵਾਲ ਹੈ, ਸਭ ਤੋਂ ਜ਼ਰੂਰੀ ਸਵਾਲ ਜੋ ਹੈ ਉਹ ਹੈ ਚੌਥਾ ਸਵਾਲ, ਜਿਹੜਾ ਕਿ ਆਮ ਕਰਕੇ ਫਾਈਨਲ ਪੇਪਰਾਂ ਦੇ ਵਿੱਚ ਇਹ ਪੁੱਛ ਲੈਂਦੇ ਹਨ। ਸੋ ਇਹ ਵੀ ਸਵਾਲ ਇੰਪੋਰਟੈਂਟ ਹਨ, ਪਰ ਇਹ ਬੇਸਿਕ ਸਵਾਲ ਸੀਗੇ। ਸੋ ਇਹਨਾਂ ਸਵਾਲਾਂ ਤੋਂ ਬਾਅਦ ਜਿਹੜਾ ਆਪਣਾ ਮੇਨ ਸਵਾਲ ਆਉਂਦਾ ਹੈ ਉਹ ਸਵਾਲ ਜਿਹੜਾ ਉਹ ਚੌਥਾ ਸਵਾਲ ਹੀ ਸੀਗਾ, ਕਿਉਂਕਿ ਚੌਥੇ ਸਵਾਲ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਨੂੰ ਕਰ ਸਕਦੇ ਹਾਂ। ਸੋ ਚੌਥਾ ਸਵਾਲ ਦੋ ਸੰਖਿਆਵਾਂ ਨੇ। ਹੁਣ ਜਿਵੇਂ ਇਹਦੇ ਚੌਥੇ ਸਵਾਲ ਵਿੱਚ ਜੋ ਦੂਜੇ ਸਵਾਲ ਦੇ ਵਿੱਚ ਅਸੀਂ ਜਾਂਚ ਕੀਤੀ ਸੀ ਨਾ, ਦੋ ਸੰਖਿਆਵਾਂ ਦਾ ਗੁਣਨਫਲ ਬਰਾਬਰ HCF ਗੁਣਾ LCM, ਉਸ ਨੂੰ ਅਸੀਂ ਇਸ ਨਿਯਮ ਨੂੰ ਚੌਥੇ ਸਵਾਲ ਦੇ ਵਿੱਚ ਲਾਗੂ ਕਰਨਾ ਹੈ। ਹੁਣ ਕਹਿੰਦਾ ਦੋ ਸੰਖਿਆਵਾਂ 306 ਤੇ 657 ਨੇ, ਉਹਨਾਂ ਦਾ HCF 9 ਹੈ। ਪਹਿਲਾਂ ਅਸੀਂ ਦੇਖ ਲਈਏ ਪ੍ਰੋਪਰ ਤਰੀਕੇ ਨਾਲ ਕਿ पहली संख्या जो है, पहली संख्या प्यारे बच्चों पहली संख्या कितनी है जी 306। दूजी संख्या कितनी है मेरे को प्यारे बच्चों 657। ये देखो साफ ही पता है HCF ब्रैकेट से बाकी 306, 657 लिखा है, तो इसका मतलब पहली संख्या 306 है, दूसरी संख्या 657 है, बराबर 9। इसका मतलब HCF कितना है जी 9 जी। HCF कितना देता है जी 9। इसका मतलब रह की गया जी LCM ਅਸੀਂ ਨੇ पता करना है जी। सो नियम किया जी, नियम है कि दो संख्या, इस तो पहला थोड़ा जा ਅਸੀਂ लिख सकते हैं कि ਅਸੀਂ ਜਾਣਦੇ ਹਾਂ ਕਿ ਦੋ ਸੰਖਿਆਵਾਂ ਦਾ ਗੁਣਨਫਲ बराबर किदे होता है HCF गुणा LCM। हम दो संख्यावां 306 गुणा 657 बराबर किदे होता है HCF कितना है 9 गुणा LCM। सो सानू LCM पता करना है। सो ये जो 9 है ये नीचे आ जाएगा 306 गुणा 657 बटा 9 बराबर कितना आ गया जी LCM। और 9 दे भाड़े दे कट दो जी, 9 दे भाड़े दे कटिया हाँ जी, ये कटेगा जी 9 तिया 27, 3 बच गए, 9 चौका 36। ਹੁਣ 34 ਨੂੰ ਤੁਸੀਂ 657 ਨਾਲ ਗੁਣਾ ਕਰ ਦਿਓ ਜੀ, ਤਾਂ ਇਹ 34 ਗੁਣਾ 657 LCM। ਤਾਂ ਇਹ LCM ਜੋ ਹੈ ਉਹ ਤੁਹਾਡਾ 22338 ਆ ਜਾਵੇਗਾ ਜੀ। ਅਸੀਂ ਇਸ ਨੂੰ ਗੁਣਾ ਕਰਕੇ ਵੀ ਦੇਖ ਲੈਂਦੇ ਹਾਂ ਜੀ ਕਿ 657 34 ਦੇ ਨਾਲ ਗੁਣਾ 7 ਚੌका 28, 5 चौका 20 ਤੇ 2 22, 6 चौका 24 ਤੇ 2 26, 7 या 21 2 आंसर 5 ਤੇ 15 ਤੇ 2 17, 6 ਤੇ 18 ਤੇ 19, 8 3 3 हाँ जी 22338। ये जो है ਤੁਹਾਡਾ LCM ਆ ਜਾਂਦਾ ਹੈ। ਸੋ ਇਸ ਤਰ੍ਹਾਂ ਪਹਿਲੇ ਵਿੱਚ ਜੋ 1.2 ਐਕਸਰਸਾਈਜ਼ ਹੈ ਉਸ ਦੇ ਵਿੱਚ ਇਹ ਮੇਨ 4 ਸਵਾਲ ਨੇ, ਉਸ ਤੋਂ ਬਾਅਦ ਵਾਲੇ ਸਵਾਲ ਵੀ ਆਪਾਂ ਡਿਸਕਸ ਕਰਾਂਗੇ। ਸੋ ਪਹਿਲੇ ਸਵਾਲ ਵਿੱਚ ਅਸੀਂ ਭਾਜ ਗੁਣਨਖੰਡਾਂ ਨੂੰ ਗੁਣਨਫਲ ਦੇ ਰੂਪ ਦੱਸਿਆ। ਸੋ ਭਾਜ ਗੁਣਨਖੰਡ ਨੂੰ ਅਸੀਂ ਬਣਾਉਣਾ ਸਿੱਖਿਆ ਸੀਗਾ। ਦੂਜੇ ਸਵਾਲ 'ਚ ਅਸੀਂ ਸੰਬੰਧਾਂ ਦੀ ਜਾਂਚ ਕੀਤੀ ਸੀ। ਭਾਜ ਗੁਣਨਖੰਡ ਦੇ ਲਈ ਪਹਿਲਾਂ HCF ਤੇ LCM ਪਤਾ ਕੀਤਾ, ਫਿਰ ਸੰਬੰਧਾਂ ਦੀ ਜਾਂਚ ਕੀਤੀ। ਤੀਜੇ ਸਵਾਲ 'ਚ ਅਸੀਂ ਦੋ ਸੰਪੂਰਨ ਸੰਖਿਆਵਾਂ ਦੀ ਬਜਾਏ ਤਿੰਨ ਸੰਪੂਰਨ ਸੰਖਿਆਵਾਂ ਦਾ HCF ਤੇ LCM ਪਤਾ ਕੀਤਾ। ਚੌਥੇ ਸਵਾਲ ਵਿੱਚ ਅਸੀਂ ਜੋ ਨਿਯਮ ਹੈ, ਨਿਯਮ ਦੇ ਰਾਹੀਂ ਅਸੀਂ ਕੀਤਾ। ਜੋ ਚੌਥਾ ਸਵਾਲ ਹੈ ਪਿਆਰੇ ਬੱਚਿਓ ਉਹ ਵੈਰੀ ਇੰਪੋਰਟੈਂਟ ਹੈ, ਇਹ ਬਹੁਤ ਹੀ ਇੰਪੋਰਟੈਂਟ ਹੈ। ਫਾਈਨਲ ਪੇਪਰ ਦੇ
ਹਿਸਾਬ ਨਾਲ ਸੋ ਇਸ ਦੀ ਪ੍ਰੈਕਟਿਸ ਜ਼ਿਆਦਾ ਕਰ ਲੈਣੀ ਚਾਹੀਦੀ ਹੈ। ਸੋ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਨਿੱਜੀ ਤੌਰ ਤੇ ਵੀ ਸੰਪਰਕ ਕਰ ਸਕਦੇ ਹੋ। ਧੰਨਵਾਦ ਜੀ।